ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ, ਸਰਬ ਕਲਾਮ ਭਰਪੂਰ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ, ਵਾਲੀਏ ਕੁਲ ਦੋ ਜਹਾਂ, ਲੋਕ ਪਰਲੋਕ ਹਲਤ ਪਲਤ ਦੇ ਸਹਾਏ, ਦੋ ਜਹਾਨਾਂ ਦੇ ਵਾਲੀ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ, ਗੁਰਤਾ ਗੱਦੀ ਉੱਤੇ ਸੁਭਾਏ ਮਾਨ, ਧੰਨ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਕੱਦਸ ਕਦਮਾਂ ਦੇ ਵਿੱਚ ਆਪਣਾ ਅਕੀਦਾ ਭੇਟ ਕਰ ਰਹੇ ਗੁਰੂ ਕੇ ਮਹਾਨ ਸਤ ਸੰਗੀ ਜਨੋਂ, ਬਹੁਤ ਵੱਡੇ ਭਾਗ ਨੇ ਆਪ ਜੀਆਂ ਦੇ, ਜੋ ਕਿ ਪਾਵਨ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਕੀ ਵਾਰ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਬੜੇ ਪਿਆਰ ਨਾਲ ਸਰਵਣ ਕਰ ਰਹੇ ਸੀ। ਉਪਰੰਤ ਸਥਾਨ ਦੀ ਮਰਿਆਦਾ ਦੇ ਮੁਤਾਬਕ ਇਸ ਸਥਾਨ ਦੇ ਸਿੰਘ ਸਾਹਿਬਾਨ ਗਿਆਨੀ ਹਰਨਾਮ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਸੀਸਗੰਜ ਸਾਹਿਬ ਪਾਸੋਂ ਆਪ ਜੀ ਨੇ ਬਹੁਤ ਹੀ ਪਿਆਰ ਨਾਲ ਸਤਿਕਾਰ ਨਾਲ ਅੱਜ ਦਾ ਜੋ ਵਿਚਾਰ ਅਧੀਨ ਪਾਵਨ ਸ਼ਬਦ ਹੈ ਉਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਦਾਸੜੇ ਨੂੰ ਹੁਕਮ ਹੋਇਆ ਹੈ ਇਹ ਸ਼ਬਦ ਦੀ ਵਿਚਾਰ ਆਪ ਜੀਆਂ ਦੇ ਨਾਲ ਸਾਂਝੀ ਕਰਨ ਦਾ ਮੇਰੇ ਵਿੱਚ ਕੋਈ ਪਾਇਆ ਨਹੀਂ ਕਿ ਮੈਂ ਅਗਾਧ ਬੋਧ ਬਾਣੀ ਦੀ ਵਿਚਾਰ ਆਪ ਨਾਲ ਸਾਂਝੀ ਕਰ ਸਕਾਂ। ਇਹ ਤੇ ਸਮਰੱਥ ਸਤਿਗੁਰੂ ਸਿਰ ਤੇ ਰਹਿਮਤ ਭਰਿਆ ਹੱਥ ਰੱਖਣ, ਬਖਸ਼ਿਸ਼ ਕਰਨ ਕਿ ਦੋ ਅੱਖਰ ਤੁਹਾਡੇ ਨਾਲ ਸਾਂਝੇ ਕਰਾ ਲੈਣ। ਆਪ ਸੰਗਤਾਂ ਵੀ ਪਿਆਰ ਦਾ ਸਬੂਤ ਦਿੰਦਿਆਂ ਹੋਇਆਂ ਅਸੀਸ ਰੂਪ ਦੇ ਵਿੱਚ ਫਤਿਹ ਪ੍ਰਵਾਨ ਕਰਨਾ ਜੀ ਤੇ ਅਸੀਸ ਦੇਣਾ, ਤਾਂ ਕਿ ਅਗਾਧ ਬੋਧ ਬਾਣੀ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਸਕਾਂ। ਪਿਆਰ ਸਹਿਤ ਬੁਲਾਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਅੰਕ 387 ਉੱਤੇ ਆਸਾ ਰਾਗ ਵਿੱਚ ਸੁਭਾਏਮਾਨ ਹੈ। ਸ਼ਬਦ ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਿਤ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਵੱਲੋਂ ਉਚਾਰਨ ਕੀਤਾ ਹੋਇਆ ਹੈ। ਆਸਾ ਰਾਗ ਦਾ ਇਹ 68ਵਾਂ ਸ਼ਬਦ ਹੈ ਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਇਹ 17ਵਾਂ ਸ਼ਬਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਜੀ ਦੀ ਗੱਲ ਕਰ ਰਹੇ ਨੇ, ਅਕਾਲ ਪੁਰਖ ਪਰਮਾਤਮਾ ਦੀ ਗੱਲ ਕਰ ਰਹੇ ਨੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਾਜੀ ਹੋਈ ਇਹ ਦੁਨੀਆ, ਇਹ ਸ੍ਰਿਸ਼ਟੀ, ਇਹ ਜੀਵ ਜੰਤ ਜੋ ਕਿ ਉਹਦੀ ਖੇਤੀ ਹੈ ਉਸ ਦੀ ਗੱਲ ਕਰ ਰਹੇ ਨੇ, ਇਸ ਦੀ ਸੰਭਾਲ ਦੀ ਗੱਲ ਕਰ ਰਹੇ ਨੇ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਜੀ ਦੀ ਸਰਵ ਵਿਆਪਕਤਾ ਦੀ ਗੱਲ ਕਰ ਰਹੇ ਨੇ। ਗੁਰੂ ਸਵਾਰਿਓ, ਬੇਅੰਤੀ ਵਾਰ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਬਾਰੇ ਸੁਣਿਆ ਹੈ, ਪੜ੍ਹਿਆ ਹੈ, ਸੁਣਾਇਆ ਹੈ ਅਤੇ ਬੇਅੰਤ ਵਿਦਵਾਨਾਂ ਪਾਸੋਂ ਇਹ ਵਿਚਾਰ ਸੁਣੀ ਹੈ। ਸਦੀਆਂ ਤੋਂ ਹੀ ਲੋਕ ਸੁਣਦੇ ਆ ਰਹੇ ਨੇ ਕਿ ਪਰਮਾਤਮਾ ਹੈ ਤੇ ਉਹ ਸਰਵ ਵਿਆਪਕ ਹੈ। ਅੱਜ ਦੇ ਰਾਹੋਂ ਦੇ ਬੰਦ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਤਰ੍ਹਾਂ ਬਖਸ਼ਿਸ਼ ਕੀਤੀ ਹੈ। ਰਾਹੋਂ ਦਾ ਬੰਦ ਮੈਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ
ਜਤ ਕਤ ਪੇਖੋਂ ਏਕੈ ਓਹੀ, ਘਟ ਘਟ ਅੰਤਰ ਆਪੇ ਸੋਈ। ਰਹਾਉ। ਇਹਦੇ ਅਰਥ ਕੋਈ ਔਖੇ ਨਹੀਂ। ਜਿਹੜੇ ਬਾਣੀ ਦਾ ਸਹਿਜ ਪਾਠ ਕਰਦੇ ਨੇ, ਬਾਣੀ ਨੂੰ ਪੜ੍ਹਦੇ ਨੇ, ਜਿਨ੍ਹਾਂ ਨੂੰ ਗੁਰਮੁਖੀ ਅੱਖਰਾਂ ਦਾ ਗਿਆਨ ਹੈ, ਜਿਨ੍ਹਾਂ ਨੇ ਆਪਣੇ ਵੱਡੇ ਵਡੇਰਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਜਿਹੜਾ ਹੈ ਉਹ ਬਾਣੀ ਦੀ ਸੰਥਿਆ ਲਈ ਹੈ, ਬਾਣੀ ਨੂੰ ਪੜ੍ਹਿਆ ਹੈ, ਸਮਝਿਆ ਹੈ। ਗੁਰੂ ਸਵਾਰਿਓ, ਉਹਨਾਂ ਨੂੰ ਸਮਝਣ ਲੱਗਿਆਂ ਬਿਲਕੁਲ ਵੀ ਦੇਰ ਨਹੀਂ ਲੱਗਦੀ ਕਿ ਪਾਤਸ਼ਾਹ ਕਹਿੰਦੇ ਨੇ ਜਤ ਕਤ ਪੇਖੋਂ ਏਕੈ ਓਹੀ। ਜਤ ਕਰਤ ਦਾ ਅਰਥ ਹੈ ਜਿੱਥੇ ਕਿੱਥੇ, ਜਿੱਧਰ ਕਿੱਧਰ ਵੀ। ਭਾਵੇਂ ਮੈਂ ਪੂਰਬ ਵਾਲੇ ਪਾਸੇ ਵੇਖਾਂ, ਭਾਵੇਂ ਮੈਂ ਪੱਛਮ ਵਾਲੇ ਪਾਸੇ ਵੇਖਾਂ, ਭਾਵੇਂ ਮੈਂ ਦੱਖਣ ਵਾਲੇ ਪਾਸੇ ਵੇਖਾਂ, ਭਾਵੇਂ ਮੈਂ ਉੱਤਰ ਵਾਲੇ ਪਾਸੇ ਵੇਖਾਂ, ਮੈਨੂੰ ਉਹ ਨਜ਼ਰ ਆਉਂਦਾ ਹੈ। ਇਹ ਗੱਲ ਠੀਕ ਹੈ ਕਿ ਇਹ ਗੱਲ ਗੁਰੂ ਅਰਜਨ ਸਾਹਿਬ ਮਹਾਰਾਜ ਆਖ ਰਹੇ ਨੇ, ਪਰ ਯਾਦ ਰੱਖੋ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਤੋਂ ਕੁਝ ਸਮਾਂ ਪਹਿਲਾਂ ਤੁਸੀਂ ਚਲੇ ਜਾਓਗੇ, ਗੁਰੂ ਨਾਨਕ ਦੇ ਪੀਰੀਅਡ ਕਾਲ ਵਿੱਚ ਚਲੇ ਜਾਓਗੇ, ਫਿਰ ਇਹ ਗੱਲ ਜਿਹੜੀ ਹੈ ਉਹ ਕੁਝ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਵੀ ਇਹ ਗੱਲ ਨਵੀਂ ਹੀ ਆਖੀ ਗਈ ਹੈ। ਕਿਉਂ ਨਵੀਂ ਆਖੀ ਗਈ ਹੈ? ਕਿਉਂਕਿ ਇਹ ਵਿਚਾਰਧਾਰਾ ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਿੱਤੀ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਕੁਝ ਸਮਾਂ ਹੋਰ ਪਹਿਲਾਂ ਚਲੇ ਜਾਓਗੇ ਤੇ ਤੁਹਾਨੂੰ ਲੱਗੇਗਾ ਕਿ ਇਹ ਵਿਚਾਰਧਾਰਾ ਭਗਤੀ ਕਾਲ ਦੇ ਦੌਰਾਨ ਜਿਹੜਾ ਆਈ ਹੈ, ਕਿ ਇਹ ਵਿਚਾਰਧਾਰਾ ਤਾਂ ਭਗਤ ਸਾਹਿਬਾਨ ਨੇ ਸਾਨੂੰ ਦਿੱਤੀ ਹੈ ਕਿ ਰੱਬ ਜਿਹੜਾ ਹੈ ਉਹ ਹਰ ਥਾਂ ਤੇ ਹੈ, ਸਰਵ ਵਿਆਪਕ ਹੈ। ਪਰ ਜੇ ਤੁਸੀਂ ਆਪਣੀ ਸੋਚ ਨੂੰ ਭਗਤੀ ਕਾਲ ਦੇ ਪੀਰੀਅਡ ਤੋਂ ਪਹਿਲਾਂ ਲੈ ਜਾਓਗੇ ਤਾਂ ਫਿਰ ਤੁਹਾਨੂੰ ਨਜ਼ਰ ਆਏਗਾ ਕਿ ਨਹੀਂ, ਜੋ ਸਤਿਗੁਰੂ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਬਾਰੇ ਇਹ ਗੱਲ ਸਾਨੂੰ ਮਿਲਦੀ ਹੈ ਕਿ ਉਹ ਪਰਮਾਤਮਾ ਸਰਵ ਵਿਆਪਕ ਹੈ, ਲੋਕ ਪਹਿਲਾਂ ਦੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਕਿਉਂ ਮੰਨਣ ਨੂੰ ਤਿਆਰ ਨਹੀਂ? ਲੋਕ ਤਾਂ ਇਹ ਕਹਿੰਦੇ ਨੇ, ਭਗਤੀ ਕਾਲ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਚਲਾਂ ਕਿ ਲੋਕਾਂ ਦੀ ਵਿਚਾਰਧਾਰਾ ਤਾਂ ਇਹ ਹੈ ਕਿ ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅੱਲਾਹ ਮੁਕਾਮਾ। ਠੀਕ ਹੈ, ਇਹ ਬਾਣੀ ਭਗਤਾਂ ਦੀ ਹੈ, ਪਰ ਵਿਚਾਰਧਾਰਾ ਭਗਤਾਂ ਦੀ ਨਹੀਂ ਹੈ। ਭਗਤ ਸਾਹਿਬਾਨ ਤਾਂ ਕਹਿ ਰਹੇ ਨੇ ਕਿ ਅਸੀਂ ਵੇਖਿਆ ਲੋਕਾਂ ਨੂੰ, ਲੋਕ ਕਹਿੰਦੇ ਨੇ ਰੱਬ ਕੇਵਲ ਦੱਖਣ ਦਿਸ਼ਾ ਵਿੱਚ ਹੀ ਹੈ, ਦੱਖਣ ਦਿਸ਼ਾ ਵਿੱਚ ਹੀ ਪੂਜਦੇ ਰਹੇ। ਲੋਕਾਂ ਦੀ ਵਿਚਾਰਧਾਰਾ ਇਹ ਹੈ ਕਿ ਜਿਹੜਾ ਰੱਬ ਹੈ, ਪਰਮਾਤਮਾ ਹੈ, ਉਹ ਵਾਹਿਗੁਰੂ ਹੈ, ਉਹ ਖੁਦਾ ਹੈ, ਉਹ ਅੱਲਾਹ ਤਾਲਾ ਹੈ, ਕੇਵਲ ਤੋਂ ਕੇਵਲ ਪੱਛਮ ਦੇਸ਼ ਵਿੱਚ ਹੀ ਹੈ। ਪੱਛਮ ਅੱਲਾਹ ਮੁਕਾਮਾ, ਅੱਲਾਹ ਦਾ ਜੋ ਮੁਕਾਮ ਹੈ, ਅੱਲਾਹ ਦਾ ਜੋ ਟਿਕਾਣਾ ਹੈ, ਉਹ ਕੇਵਲ ਪੱਛਮ ਦਿਸ਼ਾ ਵਿੱਚ ਹੀ ਹੈ, ਹੋਰ ਕਿਸੇ ਪਾਸੇ ਨਹੀਂ ਹੈ। ਇਹੀ ਕਾਰਨ ਹੈ ਜਦੋਂ ਇਹ ਵਿਚਾਰਧਾਰਾ ਮਨੁੱਖਤਾ ਦੇ ਦਿਲ ਔਰ ਦਿਮਾਗ ਵਿੱਚ ਘਰ ਕਰ ਗਈ ਤੇ ਲੋਕਾਂ ਨੇ ਦਿਸ਼ਾ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਕੋਈ ਪੱਛਮ ਨੂੰ ਹੀ ਪੂਜਦਾ ਹੈ, ਕੋਈ ਦੱਖਣ ਨੂੰ ਹੀ ਪੂਜ ਰਿਹਾ ਹੈ, ਤੇ ਪੱਛਮ ਵਾਲਾ ਦੱਖਣ ਵਾਲੇ ਨਾਲ ਸਹਿਮਤ ਨਹੀਂ ਹੈ, ਦੱਖਣ ਵਾਲਾ ਪੱਛਮ ਵਾਲੇ ਨਾਲ ਸਹਿਮਤ ਨਹੀਂ ਹੈ। ਤੇ ਇਹੀ ਕਾਰਨ ਹੈ ਆਪੋ ਆਪਣੀਆਂ ਦਿਸ਼ਾਵਾਂ ਦੀ ਪੂਜਾ ਕਰ ਰਹੇ ਨੇ, ਰੱਬ ਵਿੱਚੋਂ ਅਲੋਪ ਹੀ ਹੋ ਗਿਆ, ਰੱਬ ਵਿੱਚੋਂ ਅਲੋਪ ਹੋ ਗਿਆ, ਰੱਬ ਦੀ ਪੂਜਾ ਅਲੋਪ ਹੋ ਚੁੱਕੀ ਹੈ। ਰੱਬ ਦੇ ਹੀ ਨਾਮ ਤੇ ਝਗੜੇ, ਰੱਬ ਦੇ ਹੀ ਨਾਮ ਤੇ ਵਖੇੜੇ ਖੜੇ ਕਰ ਲਏ, ਔਰ ਇੰਨਾ ਝਗੜਾ ਵੱਧ ਗਿਆ, ਇੰਨਾ ਝਗੜਾ ਵੱਧ ਗਿਆ, ਕੋਈ ਮਹਾਂਪੁਰਖ ਧਾਰਮਿਕ ਸਥਾਨ ਤੇ ਜਾ ਕੇ ਸੌਂ ਵੀ ਜਾਂਦਾ ਹੈ ਤੇ ਇਹ ਲੱਤਾਂ ਫੜ ਕੇ ਉਹਦੀਆਂ ਦੂਜੇ ਪਾਸੇ ਕਰ ਦਿੰਦੇ ਨੇ, ਕਹਿੰਦੇ ਨੇ ਇੱਧਰ ਸਾਡਾ ਰੱਬ ਹੈ, ਇੱਧਰ ਸਾਡਾ ਖੁਦਾ ਹੈ। ਤੁਹਾਡੇ ਸਾਹਮਣੇ ਇਤਿਹਾਸ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ
ਜਦੋਂ ਮੱਕੇ ਮਦੀਨੇ ਜਾਂਦੇ ਨੇ, ਕੀ ਉੱਥੋਂ ਦੇ ਕਾਜ਼ੀ ਨੇ ਸਤਿਗੁਰੂ ਦੀਆਂ ਲੱਤਾਂ ਫੜ ਕੇ ਦੂਜੇ ਪਾਸੇ ਨਹੀਂ ਕੀਤੀਆਂ? ਇਤਿਹਾਸ ਗਵਾਹ ਹੈ। ਔਰ ਕਾਰਨ ਉਹਦੇ ਪਿੱਛੇ ਕੀ ਹੈ? ਉਸ ਦੇ ਪਿੱਛੇ ਕਾਰਨ ਸਿਰਫ ਇੱਕੋ ਹੀ ਹੈ, ਉਹਦੇ ਦਿਲ ਔਰ ਦਿਮਾਗ, ਉਹਦੀ ਸੂਰਤ ਵਿੱਚ ਇੱਕੋ ਹੀ ਗੱਲ ਵਸੀ ਹੋਈ ਹੈ ਕਿ ਮੇਰਾ ਖੁਦਾ ਕੇਵਲ ਪੱਛਮ ਦਿਸ਼ਾ ਵਿੱਚ ਹੀ ਹੈ। ਮੈਨੂੰ ਮਾਫ ਕਰ ਦਿਓ, ਥੋੜੀ ਜੀ ਔਖੀ ਸਚਾਈ ਹੈ, ਪਰ ਬਾਣੀ ਦੀ ਗੱਲ ਹੈ। ਭਗਤ ਨਾਮਦੇਵ ਜੀ ਤਾਂ ਕਹਿੰਦੇ ਨੇ ਵੀ ਤੁਸੀਂ ਤੇ ਦਿਸ਼ਾ ਦੀ ਗੱਲ ਕਰ ਰਹੇ ਹੋ, ਤੁਸੀਂ ਤੇ ਦਿਸ਼ਾ ਨਾਲ ਜੁੜੇ ਹੋਏ ਹੋ, ਤੁਸੀਂ ਦਿਸ਼ਾ ਦੀ ਗੱਲ ਕਰ ਰਹੇ ਹੋ। ਜੇ ਤੁਸੀਂ ਦੇਹੋਰੇ ਤੇ ਮਸੀਤ ਦੀ ਵੀ ਗੱਲ ਕਰੋਗੇ, ਰੱਬ ਕੇਵਲ ਇਸ ਚਾਰ ਦੀਵਾਰੀ ਵਿੱਚ ਕੈਦ ਹੈ, ਫਿਰ ਮੈਂ ਤੇ ਇਸ ਨੂੰ ਵੀ ਨਹੀਂ ਮੰਨਦਾ, ਮੈਂ ਤੇ ਇਸ ਨੂੰ ਵੀ ਨਹੀਂ ਮੰਨਦਾ। ਹੁਣ ਕੀ ਕਰਨਗੇ ਨਾਮਦੇਵ ਦਾ? ਨਾਮਦੇਵ ਜੀ ਨੇ ਤੇ ਐਲਾਨੀਆ ਕਹਿ ਦਿੱਤਾ ਨਾ, ਹਿੰਦੂ ਪੂਜੈ ਦੇਹੋਰਾ ਮੁਸਲਮਾਨ ਮਸੀਤ। ਵੀ ਤੁਸੀਂ ਦੇਹੋਰਾ ਪੂਜ ਰਹੇ ਹੋ, ਤੁਸੀਂ ਮਸੀਤ ਪੂਜ ਰਹੇ ਹੋ, ਔਰ ਸਿਰਫ ਤੁਸੀਂ ਰੱਬ ਨੂੰ, ਖੁਦਾ ਨੂੰ, ਆਪਣੇ ਪਰਮਾਤਮਾ ਨੂੰ ਇਹਦੇ ਵਿੱਚ ਕੈਦ ਰੱਖਿਆ ਹੋਇਆ ਹੈ। ਪਰ ਨਾਮੇ ਸੋਈ ਪੂਜਿਆ ਦੇਹੋਰਾ ਨਾ ਮਸੀਤ। ਹੁਣ ਕੀ ਆਖੋਗੇ? ਨਾਮਦੇਵ ਜੀ ਕਹਿੰਦੇ ਨੇ ਮੈਂ ਜਿਹੜਾ ਹੈ ਉਹ ਉਸ ਨੂੰ ਪੂਜ ਲਿਆ, ਉਸ ਨੂੰ ਪੂਜਦਾ ਹਾਂ ਜੋ ਨਾ ਦੇਹੋਰੇ ਦੀ ਕੈਦ ਵਿੱਚ ਹੈ, ਨਾ ਮਸੀਤ ਦੀ ਕੈਦ ਵਿੱਚ ਹੈ। ਨਾ ਦੇਹੋਰੇ ਦੀ ਕੈਦ ਵਿੱਚ ਹੈ, ਨਾ ਮਸੀਤ ਦੀ ਕੈਦ ਵਿੱਚ ਹੈ, ਔਰ ਚਾਰ ਦੀਵਾਰੀ ਵਿੱਚ ਨਹੀਂ ਹੈ। ਫਿਰ ਕਿੱਥੇ ਹੈ? ਫਿਰ ਤੁਹਾਨੂੰ ਇਸ ਸਿੱਟੇ ਤੇ ਆਉਣਾ ਹੀ ਪਏਗਾ, ਤੁਹਾਨੂੰ ਇਸ ਨਾਲ ਸਹਿਮਤ ਹੋਣਾ ਪਏਗਾ। ਜੋ ਗੱਲ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਨਾਮਾ ਉਸ ਨੂੰ ਪੂਜ ਰਿਹਾ ਹੈ, ਕਿਸ ਨੂੰ? ਜਤ ਕਤ ਪੇਖੋਂ ਏਕ ਹੈ ਉਹੀ। ਮੈਂ ਜਿੱਧਰ ਵੀ ਵੇਖਦਾ ਹਾਂ, ਜਿਸ ਪਾਸੇ ਵੀ ਵੇਖਦਾ ਹਾਂ, ਉਹ ਭਾਵੇਂ ਪੂਰਬ ਦੀ ਦਿਸ਼ਾ ਹੈ, ਭਾਵੇਂ ਉੱਤਰ ਦੀ ਦਿਸ਼ਾ ਹੈ, ਭਾਵੇਂ ਪੱਛਮ ਦੀ ਦਿਸ਼ਾ ਵਿੱਚ ਹੈ, ਹਰ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ। ਔਰ ਇਸੇ ਕਰਕੇ ਨਾਮਦੇਵ ਨੇ ਜਿਹੜਾ ਛੈਣੇ ਖੜਕਾ ਕੇ ਤੇ ਲੋਕਾਂ ਨੂੰ ਗਵਾ ਦਿੱਤਾ, ਸਾਰੇ ਲੋਕਾਂ ਨੂੰ ਕਿਹਾ ਆਓ ਮੇਰੇ ਨਾਲ ਪੜੋ, ਔਰ ਤੁਸੀਂ ਵੀ ਸਮਝ ਲਓ ਕਿ ਉਹ ਰੱਬ ਸਰਵ ਵਿਆਪਕ ਹੈ, ਉਹਨੂੰ ਜਿੱਥੇ ਵੀ ਵੇਖੋਗੇ ਉਧਰ ਤੁਹਾਨੂੰ ਨਜ਼ਰ ਆਏਗਾ। ਇਸ ਕਰਕੇ ਮੈਂ ਤਾਂ ਐਲਾਨੀਆ ਕਹਿ ਦੇਣਾ ਚਾਹੁੰਦਾ ਹੈ, ਈਬੈ ਬੀਠੁਲ ਊਬੈ ਬੀਠੁਲ, ਈਬੈ ਬੀਠੁਲ ਊਬੈ ਬੀਠੁਲ ਈਬੈ। ਬੀਠੁਲ ਬਿਨ ਸੰਸਾਰ ਨਹੀਂ, ਬੀਠੁਲ ਬਿਨ ਸੰਸਾਰ ਨਹੀਂ, ਬੀਠੁਲ ਈਬੈ ਬੀਠੁਲ ਊਬੈ ਬੀਠੁਲ, ਬੀਠੁਲ ਬਿਨ ਸੰਸਾਰ ਨਹੀਂ, ਬੀਠੁਲ ਬਿਨ ਸੰਸਾਰ ਨਹੀਂ। ਨਾਮਦੇਵ ਜੀ ਕਹਿੰਦੇ ਨੇ ਉਸ ਰੱਬ ਤੋਂ ਬਿਨਾਂ ਸੰਸਾਰ ਹੈ ਹੀ ਨਹੀਂ। ਦੱਸੋ ਕਿ ਜੇ ਰੱਬ ਜਿਹੜਾ ਹੈ ਇੱਕ ਦਿਸ਼ਾ ਵਿੱਚ ਹੈ, ਇੱਕ ਦਿਸ਼ਾ ਵਿੱਚ ਕੈਦ ਹੈ, ਤਾਂ ਕੀ ਦੂਜੀ ਦਿਸ਼ਾ ਵਾਲੇ ਰੱਬ ਤੋਂ ਬਿਨਾਂ ਹੀ ਰਹਿੰਦੇ ਨੇ? ਕਬੀਰ ਸਾਹਿਬ ਜੀ ਨੂੰ ਪੁੱਛੋ। ਕਬੀਰ ਸਾਹਿਬ ਕਹਿੰਦੇ ਨੇ ਤੁਸੀਂ ਕਹਿੰਦੇ ਹੋ ਕਿ ਅੱਲਾਹ ਏਕ ਮਸੀਤ ਬਸਤ ਹੈ। ਕਬੀਰ ਸਾਹਿਬ ਕਹਿੰਦੇ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਣਾ। ਵੀ ਤੁਸੀਂ ਕਹਿੰਦੇ ਹੋ ਨਾ ਕਿ ਖੁਦਾ ਇੱਕ ਮਸੀਤ ਵਿੱਚ ਵਸਦਾ ਹੈ, ਅੱਲਾਹ ਇੱਕ ਮਸੀਤ ਵਿੱਚ ਵਸਦਾ ਹੈ, ਮੈਂ ਤੁਹਾਡੇ ਨਾਲ ਸਹਿਮਤ ਹੋ ਜਾਣਾ। ਹੋ ਗਿਆ ਤੁਹਾਡੇ ਨਾਲ ਸਹਿਮਤ, ਪਰ ਕਿੰਨੀ ਦੇਰ ਵਾਸਤੇ? 5 ਮਿੰਟ ਵਾਸਤੇ। ਹੁਣ ਮੈਂ ਤੁਹਾਨੂੰ ਸਵਾਲ ਕਰਦਾ। ਕਬੀਰ ਸਾਹਿਬ ਕਹਿੰਦੇ ਨੇ ਤੁਸੀਂ ਆਖਿਆ ਮੈਂ ਤੁਹਾਡੇ ਨਾਲ ਸਹਿਮਤ ਹੋ ਗਿਆ, ਹੁਣ ਮੈਂ ਤੁਹਾਨੂੰ ਸਵਾਲ ਕਰਦਾ ਕਿ ਇਹ ਦੱਸੋ ਅੱਲਾਹ ਏਕ ਮਸੀਤ ਬਸਤਾ ਹੈ, ਫਿਰ ਅਵਰ ਮੁਲਕ ਕਿਸ ਕੇਰਾ? ਬਾਕੀ ਦਾ ਮੁਲਕ ਕੀ ਉਹ ਖੁਦਾ ਤੋਂ ਬਿਨਾਂ ਹੈ? ਕੀ ਉਹ ਰੱਬ ਤੋਂ ਬਿਨਾਂ ਹੈ? ਕੀ ਉਹ ਪ੍ਰਮਾਤਮਾ ਤੋਂ ਬਿਨਾਂ ਹੈ? ਕਿ ਵਾਹਿਗੁਰੂ ਤੋਂ ਬਿਨਾਂ ਹੈ? ਉੱਥੇ ਵਾਹਿਗੁਰੂ ਨਹੀਂ ਹੈ, ਉੱਥੇ ਪ੍ਰਮਾਤਮਾ ਨਹੀਂ ਹੈ, ਉੱਥੇ ਉਹ ਅੱਲਾਹ ਨਹੀਂ ਹੈ। ਗੁਰੂ ਸਵਾਰਿਓ,
ਗੁਰੂ ਨਾਨਕ ਸਾਹਿਬ ਜੀ ਨੇ ਜੋ ਵਿਚਾਰਧਾਰਾ ਇਸ ਸੰਸਾਰ ਨੂੰ ਦਿੱਤੀ, ਜੋ ਭਗਤ ਸਾਹਿਬਾਨ ਨੇ ਜੋ ਵਿਚਾਰਧਾਰਾ ਦਿੱਤੀ, ਜੋ ਗੁਰੂ ਅਰਜਨ ਸਾਹਿਬ ਜੀ ਅੱਜ ਵਿਚਾਰਧਾਰਾ ਸਾਡੇ ਨਾਲ ਸਾਂਝੀ ਕਰ ਰਹੇ ਨੇ, ਉਹ ਉਸ ਪਰਮਾਤਮਾ ਦੀ ਕਰ ਰਹੇ ਨੇ ਜੋ ਸਰਵ ਵਿਆਪਕ ਹੈ, ਜੋ ਦਿਸ਼ਾਵਾਂ ਵਿੱਚ ਹੀ ਨਹੀਂ, ਜੋ ਪਰਮਾਤਮਾ ਸਭੈ ਘਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਜੋ ਮੇਰੇ ਹਿਰਦੇ ਵਿੱਚ ਵੀ ਹੈ, ਤੁਹਾਡੇ ਹਿਰਦੇ ਵਿੱਚ ਵੀ ਹੈ, ਜੋ ਸਾਰਿਆਂ ਦੇ ਹਿਰਦੇ ਵਿੱਚ ਹੈ, ਜੋ ਘਟ ਘਟ ਵਿੱਚ ਵਿਆਪਕ ਹੈ, ਜੋ ਸਰਵ ਵਿਆਪਕ ਹੈ, ਜੋ ਜ਼ਰਰੇ ਜ਼ਰਰੇ ਵਿੱਚ ਹੈ, ਜੋ ਕਣ ਕਣ ਵਿੱਚ ਵਸਿਆ ਹੋਇਆ ਹੈ, ਜਿਸ ਪਰਮਾਤਮਾ ਵਾਹਿਗੁਰੂ ਤੋਂ ਬਿਨਾ ਇਹ ਸੰਸਾਰ ਹੈ ਹੀ ਨਹੀਂ ਹੈ, ਇਹ ਨਿਰੰਕਾਰ ਹੈ ਹੀ ਨਹੀਂ ਹੈ, ਜੋ ਸਰਵ ਵਿਆਪਕ ਹੈ, ਜੋ ਜ਼ਰਰੇ ਜ਼ਰਰੇ ਵਿੱਚ ਵਿਆਪਕ ਹੈ, ਉਹ ਵਿਚਾਰਧਾਰਾ ਸਾਨੂੰ ਦਿੱਤੀ ਹੈ। ਹਾਂ, ਸਤਿਗੁਰੂ ਜੀ ਨੇ ਇੱਕ ਗੱਲ ਜ਼ਰੂਰ ਸਾਂਝੀ ਕੀਤੀ ਹੈ ਕਿ ਜਿੱਥੇ ਤੁਸੀਂ ਜਿਹੜਾ ਹੈ ਉਹ ਦਿਸ਼ਾਵਾਂ ਦੇ ਵਿੱਚ ਰੱਬ ਨੂੰ ਕੈਦ ਕੀਤਾ ਹੈ, ਉੱਥੇ ਤੁਸੀਂ ਰੱਬ ਵੀ ਇੱਕ ਨਹੀਂ ਮੰਨਿਆ। ਕਿਸੇ ਦਾ ਰੱਬ ਕੋਈ ਹੈ, ਕਿਸੇ ਦਾ ਰੱਬ ਕੋਈ ਹੈ, ਰੱਬ ਇੱਕ ਹੀ ਹੈ, ਪਰ ਉਹ ਸਰਵ ਵਿਆਪਕ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਪਹਿਲਾਂ ਤੁਸੀਂ ਵੇਖੋਗੇ ਤੇ ਲਾਲਾ ਦੌਲਤ ਰਾਏ ਆਰੀਆ ਕਹਿੰਦਾ ਹੈ ਕਿ ਹਿੰਦੁਸਤਾਨ ਵਿੱਚ ਮੈਂ ਵੇਖਿਆ ਕਿ ਲੋਕ ਇੱਕ ਰੱਬ ਦੀ ਪੂਜਾ ਹੀ ਨਹੀਂ ਕਰਦੇ। ਮੰਨਣਾ ਤੇ ਦੂਰ ਦੀ ਗੱਲ ਹੈ, ਹਕੀਕਤ ਹੈ। ਲਾਲਾ ਦੌਲਤ ਰਾਏ ਆਰੀਆ ਕਹਿੰਦਾ ਹੈ, ਉਹ ਕਹਿੰਦਾ ਮੈਂ ਆਪਣੀ ਆਰੀਆ ਕੌਮ ਵਿੱਚ ਹੀ ਦੇਖਿਆ, ਆਪਣੇ ਲੋਕਾਂ ਨੂੰ ਹੀ ਵੇਖਿਆ ਕਿ ਸਾਡੇ ਘਰਾਂ ਦੇ ਵਿੱਚ ਜੇ 4 ਜੀ ਰਹਿੰਦੇ ਨੇ, 5 ਜੀ ਰਹਿੰਦੇ ਨੇ, ਤੇ ਉਹਨਾਂ ਦੇ ਵਿੱਚ ਇੱਕ गणेश का पुजारी है, दूसरा चंद्रमा का पुजारी है, तीसरा सूरज का पुजारी है, चौथा पिपल का पुजारी है, पंजवां किसी मूर्ति का पुजारी है, 6वां किसी होर का पुजारी है। की ये हकीकत नहीं? एक वर्त सोमवार दे किसी देवते दी रह रही है, एक मंगलवार दे किसी होर देवते दे वर्त रह रहे ने और रब बन के पूजी जा रहे ने। पातशाह कहते ने नहीं, एको है भाई साहिब मेरा एको है। रब तां इको ही है, रब दो नहीं हो सकते। तिसै शरीक ना दिसै कोई। पातशाह कहते ने ओ भाई ओदा ते शरीक भी कोई नहीं, रब दो होण दी ते गल छड्डो, साडा कोई शरीक है, साडा कोई भरा है, साडा कोई शरीका है, साडा कोई चाचा ताया हैगा, रब दा कोई नहीं है। रब केवल इको ही है। और इसे करके सतगुरु जी ने एक रब दी इबादत की गल कीती है, एक परमेश्वर की गल कीती है, सानू हिदायत दिती है, जपो ता एको नामा अवर निराफल कामा। पातशाह कहते ने एक अकाल पुरख वाहिगुरु जी दे नाम नू जपना है, बाकी नेफल है, व्यर्थ है। और तुसी याद रखना, सिख दी जिहड़ी डेफिनेशन है, सिख दी जिहड़ी परिभाषा है रहत मर्यादा विच, वो शुरू ही इत्थों हुंदी है, जो इस्त्री या पुरुष केवल एक अकाल पुरख नूं मनदा होवे। इत्थों साडी रहत मर्यादा दी आरंभता है। पातशाह कहंदे साडा सिख है ही वो जेड़ा एक अकाल पुरख दा उपासक होवे। खालसा वो है जेड़ा पूजा अकाल की करदा होवे। वो खालसा नहीं हो सकता जेड़ा कि थां थां ते जाके नक रगड़दा होवे, थां थां ते जाके कदे किसे दी पूजा कदे किसे दी पूजा करदा होवे। खालसा केवल एक अकाल पुरख दा पुजारी है, उस अकाल पुरख दा पुजारी है जेड़ा सर्व व्यापक है, जेड़ा सर्व व्यापक है, जेदी गल सतगुरु पातशाह कहंदे ने, जत कत पेखों एक है ओही, ओ एक परमात्मा नूं ही मैं जिधर किधर मैं वेख रहा हाँ और सर्व व्यापक वेख रहा हाँ। सतगुरु गुरु अर्जन साहिब महाराज जिहदी गल कहिंदे ने कि जहाँ जहाँ पेखों तां हजूर, दूर कतों ना जाई, रब रहा सरबात्र मैं मन सदा त्याई। पातशाह कहते ने जहाँ जहाँ पेखों तां हजूर,
जिथे जिथे मैं वेखदा, वेखो एक है अकाल पुरख वाहिगुरू, पर वड्डी गल है एक अकाल पुरख वाहिगुरू जी नूं जिथे जिथे मैं वेखदा है उत्थे मेरे नाल ओ खलोता होया नजर आउंदा है, हजूर नजर खलोता आउंदा है। क्यों? क्योंकि जाहरा जहूर है, हाजरा हजूर है। बस ओदी विलक्षणता यह गल है, जिथे भी ओदा भगत ओनू याद करदा है, ओनू पुकारदा है, ओ परमात्मा नजर आउंदा है। जहां जहां पेखों तां हजूर, दूर कतों ना जाई, ओ मेरे तो दूर नहीं है। ते बंदा की समझदा है? बंदा कहंदा रब किते बहुत दूर है, रब किते सतवें आसमान ते है, रब किते बहुत दूर हैगा है, असीं उहनूं भालण चले आ। सतगुरु कहंदे ने भलिया रब ते तो दूर नहीं है, तू कित्थे भाल रहे हो उसनूं? मैनूं माफ करना, असीं इतिहास जानन वास्ते, इतिहास पढ़न वास्ते, इतिहास की खोज वास्ते, गुरमत का ज्ञान लैण वास्ते किसे थां ते भी जाइए मुबारक है। पर जे तुसी आखो असीं रब की प्राप्ति वास्ते पहाड़ की चोटी ते गए तो गुरमत इसकी इजाजत नहीं दिंदी है। ये ध्यान नाल नुकता समझियो। बहुतात की है कि लोगों को यह भुलेखा होवे कि असीं रब नूं भालण वास्ते गए हां। कबीर हो हज काबे जाए था, आगे मिलिया खुदाए, साई मोह पे लर परिया तो खुद फरमाई गाए। कबीर साहब कहंदे मैं बहुत बार गया रब की भाल विच, कहंदे बड़ी बार गया मैं, और बड़ी बार भालदियां कहन लगे मैनू कहा गया भी खुदा किसे माके विच है, काबे विच है। मैं उत्थे गया, कहन लगे खुदाई मेरे नाल झगड़ा कर बैठा भी तेनू किहने कहा तू सियाणा बयाना है, तेनू समझ है कबीर भी तेनू किहने कहा भी मैं इत्थे रहना, मैं तो उत्थे रहना है भी जिथे जिस हिरदे नूं बंदे खोजदे ही नहीं, भालदे ही नहीं, लभदे ही नहीं। अपने हिरदे नूं खोजो, अपने अंदर नूं खोजो, तुहानूं लभ जावांगा। तुसी अंदर ते भाल नहीं रहे, बाहर टोले सो भरम भुलाई। जेड़े बाहर टोलदे पे ने ना वो भरम विच ने। और याद रखना धार्मिक जगत विच, धार्मिक दुनिया दे विच बंदा आख रहा है कि रब हैगा है, धार्मिक दुनिया विच बंदा कह रहा है रब हैगा है, पर जिहड़ी अनुभव की गल है वो सांझी नहीं कर रहा। जो कुछ जिहड़ा पढ़िया है उसके मुताबिक दस रहा है, निजी तजर्बा की है ये दसदा ही नहीं पिया। और यही कारण है कि अपने आप नूं कहंदे कहाउंदे धार्मिक व्यक्ति भी जिहड़े ने वो सवाल खड़ा कर दिंदे ने। गुरु नानक साहिब महाराज जदों उदासियां ते गए ते सतगुरु महाराज दस्तगीर पीर नूं मिलदे ने। दस्तगीर पीर नूं जदों मिले, संवाद होया, चर्चा हुई। सतगुरु गुरु नानक साहिब महाराज आखिर पीरां फकीरां नूं मिलदे रहिंदे सी ते हर थां ते संवाद हुंदा सी। अज वर्गा समा नहीं सी कि अज हालात ये बन गए जे मैं किसे नाल बह गया किसे पुरुष नाल ते मिंटां विच ही लोग कहणगे ज्ञानी जी RSS दे बंदे ने, फलाना बंदा किसे दा बंदा है। अज जे धर्म की चर्चा भी किसे नाल तुसीं कर रहे हो तो मिंटां च असीं ठप्पा ला देने भी फलाना बंदा उहदा है। गुरु नानक साहिब महाराज नूं पुछो, वो जोगियां कोल भी गए, वो महाराज सतगुरु गुरु नानक साहिब महाराज काजियां कोल भी गए, हाजियां कोल भी गए, यात्रुआं कोल भी गए। सतगुरु महाराज जिहड़ा है वो गुरदेव पातशाह जी सनातन धर्म के पीरां फकीरां कोल भी गए ने, दरवेशां कोल भी गए। दस्तगीर पीर बड़ा मन्निया होया पीर है, उहदे कोल गए ते दस्तगीर पहला सवाल ही गुरु नानक साहिब नूं कहंदा है, सतगुरु परमात्मा हैगा है? सतगुरु पातशाह कहंदे ने क्यों, तैनूं कोई शक है? कहण लगा जे हैगा है तां दिसदा क्यों नहीं? हुण व्यक्ति कौन है? व्यक्ति कौन है? दस्तगीर धार्मिक ही है ना अपने वल्लों। तां हुण धार्मिक व्यक्ति ही ये सवाल खड़ा करता है, जे हैगा है तां दिसदा क्यों नहीं? पातशाह कहंदे ने दस्तगीर तैनूं इवें समझ नहीं आएगी, इवें कर दुध दा बाटा मंगा। दस्तगीर दुध दा बाटा लैके आउंदा है। सतगुरु कहण लगे दस्तगीर
ਇਹਦੇ ਵਿੱਚ ਘਿਓ ਹੈਗਾ ਹੈ? ਦਸਤਗੀਰ ਕਹਿੰਦਾ ਮਹਾਰਾਜ ਹੈਗਾ ਹੈ। ਜਿਹੜਾ ਬਾਟਾ ਤੁਸੀਂ ਫੜਿਆ ਹੈ ਨਾ, ਇਸ ਵਿੱਚ ਘਿਓ ਹੈਗਾ ਹੈ, ਔਰ ਹਰ ਇੱਕ ਦੁੱਧ ਵਿੱਚ ਘਿਓ ਹੁੰਦਾ ਹੈ, ਇਹਦੇ ਚ ਕਿਹੜੀ ਗੱਲ ਹੈ? ਤੇ ਸਤਿਗੁਰੂ ਕਹਿਣ ਲੱਗੇ ਫਿਰ ਦਸਤਗੀਰ ਦਿਸਦਾ ਤੇ ਨਹੀਂ, ਨਜ਼ਰ ਤੇ ਨਹੀਂ ਆਉਂਦਾ। ਦਸਤਗੀਰ ਕਹਿੰਦਾ ਮਹਾਰਾਜ ਇਵੇਂ ਦਿਸੇਗਾ? ਇਵੇਂ ਤਾਂ ਨਹੀਂ ਦਿਸੇਗਾ। ਮੈਂ ਤਾਂ ਤੁਹਾਡੇ ਬਾਰੇ ਸੁਣਿਆ ਸੀ ਤੁਸੀਂ ਬੜੀਆਂ ਸਿਆਣੀਆਂ ਗੱਲਾਂ ਕਰਦੇ ਹੋ, ਬੜੇ ਅਕਲ ਲਤੀਫ ਹੋ, ਪਰ ਤੁਸੀਂ ਇਹ ਕੀ ਕਹਿ ਰਹੇ ਹੋ ਵੀ ਦਸਤਗੀਰ ਇਸ ਦੁੱਧ ਵਿੱਚ ਘਿਓ ਨਜ਼ਰ ਨਹੀਂ ਆਉਂਦਾ, ਦਿਸਦਾ ਤੇ ਨਹੀਂ। ਦਸਤਗੀਰ ਕਹਿਣ ਲੱਗਾ ਆਪਣੀ ਅਕਲ ਦੇ ਘੋੜੇ ਦੌੜਾ ਕੇ ਜਦੋਂ ਬੰਦਾ ਆਪਣਾ ਆਪਾਂ ਜਿਤਾਉਣਾ ਚਾਹੁੰਦਾ ਹੈ ਫਿਰ ਕੁਝ ਦੱਸਦਾ ਹੈ। ਉਹ ਕਹਿੰਦਾ ਮਹਾਰਾਜ ਐਵੇਂ ਨਹੀਂ ਘਿਓ ਨਿਕਲਦਾ, ਇਸ ਦੁੱਧ ਨੂੰ ਗਰਮ ਕਰੀਦਾ ਹੈ, ਇਸ ਦੁੱਧ ਨੂੰ ਜਾਗ ਲਗਾਈ ਦੀ ਹੈ, ਇਹਨੂੰ ਰੇੜਕਾ ਪਾਈਦਾ ਹੈ, ਫਿਰ ਜਾ ਕੇ ਘਿਓ ਨਿਕਲਦਾ ਹੈ। ਸਤਿਗੁਰੂ ਕਹਿਣ ਲੱਗੇ ਦਸਤਗੀਰ ਰੱਬ ਬਾਰੇ ਅੱਜ ਤੱਕ ਸੁਣੀਆਂ ਸੁਣਾਈਆਂ ਹੀ ਗੱਲਾਂ ਤੂੰ ਕਰ ਰਿਹਾ, ਕਦੇ ਆਪ ਸੁਰਤ ਦੇ ਵਿੱਚ ਰੇੜਕਾ ਪਾਇਆ ਹੈ? ਕਦੇ ਆਪ ਮਨ ਦੀ ਮੰਧਾਣੀ ਨਾਲ ਨੇਤਰਾਂ ਲੈ ਕੇ ਰਿੜਕਿਆ? ਬਸ ਇਧਰੋਂ ਸੁਣੀ ਗੱਲ, ਇਧਰੋਂ ਸੁਣਾ ਦਿੱਤੀ, ਇਧਰੋਂ ਸੁਣੀ, ਇਧਰੋਂ ਸੁਣਾ ਦਿੱਤੀ। ਅਸੀਂ ਕਰ ਤਾਂ ਇਹੀ ਰਹੇ ਆ ਨਾ ਜੀ, ਪਰ ਕਰਨਾ ਕੀ ਸੀ? ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ। ਵੀ ਇਹ ਤੇ ਤਤ ਦੀ ਗੱਲ ਸੀ, ਇਹ ਤੇ ਸਾਰ ਦੀ ਗੱਲ ਸੀ। ਅੱਜ ਬੰਦਾ ਪ੍ਰਮਾਣ ਮੰਗਦਾ ਹੈ, ਦਿਸਦਾ ਨਹੀਂ ਹੈ। ਤੇ ਸਤਿਗੁਰੂ ਕੀ ਕਹਿੰਦੇ ਨੇ? ਸਗਲ ਦੂਧ ਮੈਂ ਘੀਓ, ਪਾਤਸ਼ਾਹ ਕਹਿੰਦੇ ਨੇ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਓ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਂਦੋ ਜੀਓ। ਜਿਵੇਂ ਸਾਰੀ ਬਨਸਪਤੀ ਸਾਨੂੰ ਨਜ਼ਰ ਆਉਂਦੀ ਹੈ ਤੇ ਬੱਚੇ ਨੂੰ ਖਿਲਾਰ ਕੇ ਕੋਈ ਕਵੇ ਵੀ ਆ ਜੰਗਲ ਹੈ, ਇਹ ਬਨਸਪਤੀ ਹੈ, ਇਹ ਹਰੇ ਬੂਟੇ ਨਜ਼ਰ ਆ ਰਹੇ ਨੇ, ਤੈਨੂੰ ਕੀ ਨਜ਼ਰ ਆ ਰਿਹਾ? ਉਹ ਆਖੇਗਾ ਮੈਨੂੰ ਬੂਟੇ ਨਜ਼ਰ ਆ ਰਹੇ ਨੇ, ਮੈਨੂੰ ਪਹਾੜ ਨਜ਼ਰ ਆ ਰਹੇ ਨੇ, ਮੈਨੂੰ ਦਰਖਤ ਨਜ਼ਰ ਆ ਰਹੇ ਨੇ। ਤੇ ਤੁਸੀਂ ਆਖੋਗੇ ਕਾਕਾ ਅਸਲ ਵਿੱਚ ਇਹਦੇ ਵਿੱਚ ਅੱਗ ਹੈ। ਤੁਸੀਂ ਵੇਖੋ ਕਈ ਵਾਰ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਨਾ, ਤੇ ਹਰੇ ਕੰਚਨ ਵੇਖਦੇ ਹੋਏ ਬੂਟੇ ਵੀ ਸੜ ਜਾਂਦੇ ਨੇ। ਕਿਉਂ? ਕਿਉਂਕਿ ਸਾਰਿਆਂ ਵਿੱਚ ਅੱਗ ਹੈ, ਸਾਰੀ ਬਨਸਪਤੀ ਵਿੱਚ ਅੱਗ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਓ। ਜਿੰਨਾ ਵੀ ਦੁੱਧ ਹੈ ਨਾ ਸਾਰਿਆਂ ਵਿੱਚ ਘਿਓ ਹੈਗਾ ਹੈ। ਸਗਲ ਜਿੰਨੀਆਂ ਵੀ ਇਹ ਜੋਤਾਂ ਬੈਠੀਆਂ, ਇਹ ਸਰੀਰ ਬੈਠੇ ਨੇ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਓ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਂਦੋ ਜੀਓ। ਸਾਰਿਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਹੈ। ਸਾਰਿਆਂ ਵਿੱਚ ਸਾਮੈ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਇਹ ਮੈਂ ਕਹਿ ਦਿੱਤਾ ਹੈ, ਤੁਸੀਂ ਸੁਣ ਲਿਆ, ਤੁਸੀਂ ਵੀ ਨਾਲ ਉਚਾਰਨ ਕਰ ਲਿਆ, ਪਰ ਸੱਚ ਦੱਸਣਾ, ਦਿਲ ਤੇ ਹੱਥ ਰੱਖ ਕੇ ਦੱਸਣਾ ਕਿ ਅਸੀਂ ਮੰਨਦੇ ਹਾਂ ਇਸ ਗੱਲ ਨੂੰ ਕਿ ਸਾਰਿਆਂ ਵਿੱਚ ਰੱਬ ਦੀ ਜੋਤ ਹੈ। ਮੰਨਦੇ ਹਾਂ। ਸਾਡੇ ਸਿਆਣੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਾਹਿਬ ਸਾਬਕਾ ਬੈਠੇ ਹੋਏ ਨੇ, ਇਹ ਜਾਣਦੇ ਨੇ। ਅਸੀਂ ਸੁਣ ਲੈਂਦੇ ਹਾਂ, ਪੜ੍ਹ ਲੈਂਦੇ ਹਾਂ, ਸਭ ਕੁਝ ਕਰ ਰਹੇ ਹਾਂ, ਪਰ ਸਮਝਾਣਨ ਨੂੰ ਤਿਆਰ ਨਹੀਂ ਆ। ਕਿਤੇ ਨਾ ਕਿਤੇ ਵਿਤਕਰਾ ਤੇ ਹੈ ਨਾ ਜੀ। ਅੱਜ ਤੇ ਵਿਤਕਰਾ ਇਸ ਹੱਦ ਤੱਕ ਹੈ, ਚਲੋ ਮੈਂ ਗੱਲ ਨਹੀਂ ਕਰ ਰਿਹਾ, ਕੇਵਲ ਇਸ਼ਾਰੇ ਮਾਤਰ ਗੱਲ ਕਰ ਰਿਹਾ। ਜੇ ਜੋਤ ਰੱਬ ਦੀ ਮੰਨਦੇ ਹੋਈਏ ਤਾਂ ਕਿਸੇ ਨੂੰ ਮੰਦਰਾਲਿਆਂ ਚੋਂ ਬਾਹਰ ਨਾ ਕੱਢੀਏ, ਕਿਸੇ ਨੂੰ ਧਾਰਮਿਕ ਸਥਾਨਾਂ ਤੋਂ ਬਾਹਰ ਨਾ ਕੱਢੀਏ। ਅੱਜ ਤੇ ਦੇਸ਼ ਦੇ ਉੱਚ ਅਹੁਦਿਆਂ ਤੇ ਬੈਠੇ ਹੋਏ, 1 ਨੰਬਰ ਦੇ ਅਹੁਦਿਆਂ ਤੇ ਬੈਠੇ ਹੋਏ ਲੋਕਾਂ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ, ਕਿਉਂਕਿ ਉਹ ਸਮਝਦੇ ਨੇ ਇਹਨਾਂ ਦੀ ਨੀਵੀਂ ਜਾਤ ਹੈ, ਖਬਰੇ ਇਹਨਾਂ ਵਿੱਚ ਰੱਬ ਦੀ ਜੋਤ ਹੀ ਨਹੀਂ ਹੈ। ਐਸਾ ਹੁੰਦਾ ਹੈ, ਔਰ ਸਾਡੀ ਭਾਰਤ ਦੀ ਧਰਤੀ ਤੇ ਹੀ ਹੁੰਦਾ ਹੈ। ਔਰ ਕਿੰਨਾ ਕੁਝ ਵਿਤਕਰਾ ਹੁੰਦਾ ਹੈ, ਕਿੰਨਾ ਕੁਝ ਵਿਤਕਰਾ ਹੁੰਦਾ ਹੈ। ਤਾਂ ਗੁਰੂ ਨਾਨਕ ਤੋਂ ਬਲਿਹਾਰ ਜਾਓ, ਸਦਕੇ ਜਾਓ, ਨਹੀਂ ਤਾਂ ਇੱਥੇ ਤਾਂ ਇੰਨਾ ਵਿਤਕਰਾ ਸੀ ਕਿ ਲੋਕ ਸ਼ਾਇਦ ਆਪਣੇ ਨਾਲ ਪ੍ਰਸ਼ਾਦਾ ਵੀ ਛਕਾ ਕੇ ਰਾਜੀ ਨਹੀਂ ਸੀ ਕਿਸੇ ਨੂੰ।
ਇਹ ਤੇ ਧੰਨ ਗੁਰੂ ਨਾਨਕ ਤੋਂ ਬਲਿਆਰ ਜਾਓ ਜਿਨ੍ਹਾਂ ਐਲਾਨੀਆਂ ਕਹਿ ਦਿੱਤਾ, ਐਲਾਨੀਆਂ ਹੀ ਕਹਿ ਦਿੱਤਾ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਤ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਨ ਤਿੱਥੈ ਨਦਰ ਤੇਰੀ ਬਖਸ਼ੀਸ਼। ਕਿ ਲੋਕਾਂ ਨੇ ਸ਼ਿਕਾਇਤਾਂ ਨਹੀਂ ਕੀਤੀਆਂ ਕਿ ਬਾਬਾ ਨਾਨਕ ਕੁਰਾਈਆ ਹੋ ਗਿਆ ਹੈ, ਇਹ ਡੂਮ ਨੂੰ ਨਾਲ ਲਈ ਫਿਰਦਾ ਹੈ, ਇਹ ਮਰਾਸੀ ਨੂੰ ਨਾਲ ਲਈ ਫਿਰਦਾ ਹੈ। ਲੋਕਾਂ ਨੇ ਸ਼ਿਕਾਇਤਾਂ ਕੀਤੀਆਂ, ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਹੈ। ਲੋਕਾਂ ਨੇ ਮਹਿਤਾ ਕਾਲੂ ਜੀ ਨੂੰ ਆਖਿਆ, ਮਾਂ ਤ੍ਰਿਪਤਾ ਨੂੰ ਆਖਿਆ, ਬਹੁਤ ਸਾਰੇ ਲੋਕਾਂ ਨੇ ਆਖਿਆ, ਔਰ ਕਈ ਤਾਂ ਇਹੋ ਜਿਹੇ ਵੀ ਸੀ, ਨਾਨਕ ਤੂੰ ਆਵੇਂ ਤੇ ਪ੍ਰਵਾਨ ਹੈ, ਪਰ ਤੇਰੇ ਨਾਲ ਮਰਦਾਨਾ ਐਂਟਰੀ ਕਰ ਗਿਆ ਤੇ ਸਾਡਾ ਮੰਦਰ ਭ੍ਰਿਸ਼ਟਿਆ ਜਾਏਗਾ। ਐਸਾ ਹੋਇਆ ਹੈ। ਉਹਨਾਂ ਆਖਿਆ, ਫਿਰ ਗੁਰੂ ਨਾਨਕ ਸਾਹਿਬ ਨੇ ਵੀ ਆਖਿਆ, ਜੇ ਮਰਦਾਨਾ ਨਹੀਂ ਐਂਟਰ ਕਰ ਸਕਦਾ, ਜਿਹਦੇ ਵਿੱਚ ਖੁਦਾ ਦੀ ਜੋਤ ਹੈ, ਜਿਹਦੇ ਵਿੱਚ ਰੱਬ ਦੀ ਜੋਤ ਹੈ, ਜਿਸ ਮਰਦਾਨੇ ਨੂੰ ਮੈਂ ਆਪਣਾ ਭਾਈ ਕਹਿੰਦਾ, ਫਿਰ ਮੈਂ ਵੀ ਅੰਦਰ ਨਹੀਂ ਆਵਾਂਗਾ, ਫਿਰ ਮੈਂ ਵੀ ਨਹੀਂ ਆਵਾਂਗਾ। ਸਹਿਜ ਤਬ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਜਗਨਨਾਥ ਦੇ ਮੰਦਰ ਵਿੱਚ ਜਿੱਥੇ ਉਚਾਰਨ ਕੀਤਾ, ਇਹੀ ਕੁਝ ਤਾਂ ਹੋਇਆ, ਇਹੀ ਤਾਂ ਅਹਿਸਾਸ ਕਰਾਇਆ ਬਾਬੇ ਨੇ। ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜੇ ਮਰਦਾਨਾ ਬਾਹਰ ਹੈ ਤਾਂ ਰੱਬ ਬਾਹਰ ਹੈ, ਜੇ ਨਾਮਦੇਵ ਬਾਹਰ ਹੈ ਤਾਂ ਰੱਬ ਵੀ ਬਾਹਰ ਹੈ। ਤੁਸੀਂ ਰੋਲਾ ਪਾਉਂਦੇ ਰਹੋ, ਤੁਸੀਂ ਆਖਦੇ ਰਹੋ ਅਸੀਂ ਰੱਬ ਦੀ ਪੂਜਾ ਕਰ ਰਹੇ ਹਾਂ, ਪਰ ਰੱਬ ਤੇ ਨਾਮਦੇਵ ਨੂੰ ਬਾਹਰ ਹੀ ਮਿਲਣਾ ਗਿਆ। ਤੁਸੀਂ ਰੋਲਾ ਪਾਉਂਦੇ ਰਹੋ, ਜੋ ਜੋ ਨਾਮਾ ਹਰ ਗੁਣ ਉਚੜੈ, ਭਗਤ ਜਨਾਂ ਕੋ ਦੇਹੁਰਾ ਫਿਰੈ, ਉਹ ਤੇ ਬਾਹਰ ਹੀ ਆ ਗਿਆ ਮਿਲਣ। ਤੁਸੀਂ ਰੋਲਾ ਪਾਉਂਦੇ, ਫਿਰ ਰੋਲਾ ਪੈ ਗਿਆ ਅਸੀਂ ਤੇ ਜਿਹੜਾ ਹੈ ਉਹ ਰੱਬ ਨੂੰ ਪੂਜ ਰਹੇ ਸੀ, ਰੱਬ ਨੂੰ ਮੰਨ, ਰੱਬ ਬਾਹਰ ਨਾਮਦੇਵ ਦੇ ਨਾਲ ਖਲੋਤਾ ਹੋਇਆ, ਰੱਬ ਨੀਵਿਆਂ ਦੇ ਨਾਲ ਖਲੋਤਾ ਹੋਇਆ। ਜਿਨ੍ਹਾਂ ਨੂੰ ਤੁਸੀਂ ਲਿਤਾੜ ਦਿੱਤਾ, ਜਿਨ੍ਹਾਂ ਨੂੰ ਤੁਸੀਂ ਬਾਹਰ ਕੱਢ ਦਿੱਤਾ, ਰੱਬ ਉਹਨਾਂ ਦੇ ਨਾਲ ਹੈ। ਔਰ ਇਹੀ ਕਾਰਨ ਹੈ, ਇਸ ਗੱਲ ਨੂੰ ਗੁਰੂ ਘਰ ਵਿੱਚ ਦ੍ਰਿੜ ਕਰਾਉਣ ਵਾਸਤੇ ਸਤਿਗੁਰੂ ਜੀ ਨੇ ਜਿਹੜਾ ਹੈ ਉਹ ਸ਼ਕਤੀਆਂ ਤੌਰ ਤੇ ਵੀ ਆਖਿਆ, ਪਹਿਲਾਂ ਪੰਗਤ ਪਾਛੈ ਸੰਗਤ। ਯਾਦ ਰੱਖਣਾ, ਇਹ ਪੰਗਤ ਤੇ ਸੰਗਤ ਦੀ ਪਰੰਪਰਾ ਕੇਵਲ ਗੁਰੂ ਨਾਨਕ ਦੇ ਧਰਮ ਵਿੱਚ ਹੈ, ਬਾਕੀ ਧਰਮਾਂ 'ਚ ਨਹੀਂ ਹੈ, ਬਾਕੀ ਧਰਮਾਂ 'ਚ ਨਹੀਂ। ਔਰ ਕਿਉਂ ਨਹੀਂ ਹੈ? ਇਹਦੇ ਪਿਛੋਕੜ ਵੀ ਤੁਸੀਂ ਜਾਓਗੇ ਤੇ ਹੈਰਾਨ ਹੋ ਜਾਓਗੇ। ਬੈਠਣ ਦੀ ਸਿਟਿੰਗ ਜਿਹੜੀ ਹੈ ਉਹਦਾ ਵੀ ਜਿਹੜਾ ਫਰਕ ਹੈ। ਕੋਈ ਥੱਲੇ ਬਹਿ ਸਕਦਾ ਹੈ, ਕੋਈ 2 ਫੁੱਟੇ ਤੇ ਬਹਿ ਸਕਦਾ ਹੈ, ਕੋਈ 3 ਫੁੱਟੇ ਤੇ ਬਹਿ ਸਕਦਾ ਹੈ, ਕੋਈ ਪਾਇਆਂ ਤੇ ਬਹਿ ਸਕਦਾ ਹੈ, ਕੋਈ ਸਰਾਣੇ ਬਹਿ ਸਕਦਾ। ਹੱਦ ਹੋ ਗਈ ਹੈ, ਸਿਟਿੰਗ ਦਾ ਹੀ ਬੜਾ ਫਰਕ ਹੈ। ਇੱਥੇ ਕੀ ਹੈ? ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਿਛਾਏ। ਇਹ ਜਿਹੜੀ ਸਫਾ ਵਿਛੀ ਹੋਈ ਹੈ, ਜਿਸ ਕਾਲੀਨ ਤੇ ਤੁਸੀਂ ਬੈਠੇ ਹੋ, ਇਹਦੇ ਵਿੱਚ ਕੋਈ ਵਿਤਕਰਾ ਨਹੀਂ ਹੈ, ਕੋਈ ਵਿਤਕਰਾ ਨਹੀਂ ਹੈ। ਇੱਥੇ ਖੱਤਰੀ ਬ੍ਰਾਹਮਣ ਸੂਤ ਵੈਸ, ਉਪਦੇਸ਼ ਚੌਵਰ ਨਾ ਕੋ ਸਾਂਝਾ, ਉਪਦੇਸ਼ ਚੌਵਰ ਨਾ ਕੋ ਸਾਂਝਾ। ਇੱਥੇ ਭਾਵੇਂ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦ ਹੋਵੇ, ਵੈਸ ਹੋਵੇ, ਇੱਥੇ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ। ਗੁਰੂ ਨਾਨਕ ਦੇ ਘਰ ਵਿੱਚ ਕਦੇ ਵੀ ਵਿਤਕਰਾ ਨਹੀਂ ਕੀਤਾ ਗਿਆ, ਨਾ ਕੀਤਾ ਜਾਏਗਾ। ਗੁਰੂ ਨਾਨਕ ਦੇ ਘਰ ਵਿੱਚ ਇਹ ਨਹੀਂ ਵਿਚਾਰਿਆ ਜਾਂਦਾ ਇਹ ਹਿੰਦੂ ਹੈ, ਇਹ ਮੁਸਲਮਾਨ ਹੈ। ਕਿਉਂ? ਕਿਉਂਕਿ ਇੱਥੇ ਪਹਿਲਾਂ ਹੀ ਇਸ ਵਿਚਾਰਧਾਰਾ ਨੂੰ ਕੰਡੈਮ ਕਰ ਦਿੱਤਾ ਗਿਆ, ਨਾ ਕੋਈ ਹਿੰਦੂ ਨਾ ਮੁਸਲਮਾਨ। ਇਹ ਕੌਣ ਆਖ ਸਕਦਾ ਹੈ? ਜਿਹਨੇ ਜਤ ਕਤ ਪੇਖੋਂ ਇੱਕ ਹੈ ਉਹੀ, ਘਟ ਘਟ ਅੰਤਰ ਆਪੇ ਸੋਈ, ਜਿਹਨੇ ਸਾਰਿਆਂ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਰਮਿਆ ਹੋਇਆ ਵੇਖ ਲਿਆ ਹੋਵੇ। ਉੱਥੇ ਕੋਈ ਵਿਤਕਰਾ ਨਹੀਂ ਹੈ, ਕੋਈ ਫਰਕ ਨਹੀਂ ਹੈ। ਔਰ ਅੱਜ ਅਸੀਂ ਜਿਹੜਾ ਹੈ, ਲੋਕ ਇਸ ਤਾਦਾਦ ਵਿੱਚ ਨੇ ਵਿਤਕਰਿਆਂ ਦੀ, ਕਿ ਲੋਕ ਆਖਦੇ ਨੇ ਨਹੀਂ ਇਹ ਮੇਰੇ ਰੱਬ ਨੂੰ ਨਹੀਂ ਮੰਨਦਾ ਤੇ ਮੈਂ ਇਸ ਤੇ ਰੱਬ ਨੂੰ ਨਹੀਂ ਮੰਨਦਾ, ਇਹ ਮੇਰੀ ਵਿਚਾਰਧਾਰਾ ਨੂੰ ਨਹੀਂ ਮੰਨਦਾ, ਮੈਂ ਇਹਦੀ ਵਿਚਾਰਧਾਰਾ ਨੂੰ ਨਹੀਂ ਮੰਨਦਾ। ਜਦ ਕਿ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਉਹ ਅਕਾਲ ਪੁਰਖ ਵਾਹਿਗੁਰੂ ਨਾ ਮੇਰਾ ਹੈ
ना तुहाडा है, ना कोई दावा ठोक सकता है खुदा केवल मेरा है, राम केवल मेरा है, वाहिगुरु केवल मेरा है। नहीं, तू सांझा साहिब बाप हमारा, वो सबना दा सांझा है, सबना दा सांझा है। जिन्ना हक उस ते मेरा है, इन्ना ही तुहाडा है, इन्ना ही दूजे दा है। कोई वितकरा नहीं है, सारियां दा बराबर दा हक है। और इस करके ही असी सारे ओदी संतान आ, ओदे बच्चे आ। गुरु नानक साहब दी जो विचारधारा है, जो गुरु ग्रंथ साहब दी विचारधारा है, वो पता की है? एक पिता एकस के हम बारिक, तू मेरा गुरहाई, सुन मीता जियो हमारा बल बल जासी। पातशाह कहते मेरा तो जी बलिहार जान नूं दिल करता है, बार बार बलिहार जाता है। असी एक पिता दी औलाद आ भाई, इस गल नूं समझिए। असी एक अकाल पुरख दी औलाद आ, एक परमेश्वर दी औलाद आ। साडा सांझा इक्को ही पिता है, इक्को ही अकाल पुरख वाहिगुरु है। पर फिर भी असी अलग अलग दे झंडे चुके हुए आ। वेखण वाले आ क्या हैरान हो के वेखो हिंदू नाल मुसलमान जांदा, समझण वाले आ क्या नहीं नहीं समझ के ए ते अल्लाह दे नाल भगवान जांदा। एक गीता ते दूजा कुरान जांदा, वंडल नहीं ज्ञान मनुखता नूं। एक गीता ते दूजा कुरान जांदा, इन्हां छड्डे परिवार जहान पिछे, इन्हां पिछे सारा जहान जांदा। पर लोकां ने वितकरे तां पा रखे ने। एक पिता दी औलाद, एक संतान असीं मन्नण वास्ते तैयार ही नहीं आ। जिस दिन असीं इस विचारधारा नूं अपने अंदर समा लिया, समझ लिया, उस दिन असल विच समझ आएगी। कबीर साहब पता की कहते ने, है तो सही लखै जे कोई, है तो सही लखै जो कोई। कहने लगे रब है तो सही और सारियां विच है, पर जे कोई समझ लवे, समझ आ जाए। हजे समझ नहीं है, हजे तो असी केवल कथनी दे ही मालक हाँ, कथन कर रहे हैं, बयान कर रहे हैं। असल मायने विच रब किथे रहिंदा है, किवें रहिंदा है, ये सानू पता ही नहीं। असी तर्क करी जा रहे हैं, असी कहने नहीं विखाओ जी किथे रहिंदा है। एक महात्मा कोल कोई इस तरह का ही तर्क वाला बंदा चल गया। वो कहंदा जी तुसी बड़ा गल करदे हो, रब सर्व व्यापक है, रब सारियां विच हैगा है, मैनू विखाओ। महात्मा जी बड़े भोले सन, संत पुरुष सन, नाम जपण वाले सन, बंदकी वाले सन। कदे उन्होंने कोई कीड़ी भी नहीं सी मारी। एक जो बट्टा चुकया, और बट्टा भी मेरे ख्याल 3-4 किलो का होना है, जोर दी हाथ विचों छड्डिया ते उहदे पैर उत्ते डिग गया। सवाल करने वाले ने पैर छित्तिया गया, उंगलां छित्तियां गईयां, पैर चो लहू निकलना सुभाविक सी, चीका मार उठिया। मैं तुहानू सवाल पूछया और सवाल पुछदे तुसी जे जवाब नहीं देना सी, और तुसी कहंदे हो कि रब सर्व व्यापक है, रब सारियां विच है। जे तुहानू अपनी गल ते यकीन नहीं सी, फिर तुहाडी जे इस तरह हेठी हो रही सी ते मैनू कह दिंदे भी मेरे कोल इस गल का कोई जवाब ही नहीं है। तुसी मेरा पैर तोड़ छड्डिया, लहू वग रहा है, मैनू पता कितनी दर्द हो रही है, बहुत ज्यादा दर्द हो रही है, लहू वग रहा है, मेरे तो ये दर्द बर्दाश्त नहीं हो रही। महात्मा जी कहन लगे मैं ते नहीं मानदा तेनू दर्द हो रही है। मैं ते नहीं मानदा तेनू दर्द हो रही है। वो कहने लगा हद हो गई, मैं पीड़ा नाल व्याकुल हाँ, मैं कोई वैद लभण चले हैं, मेरे तो तुरया नहीं जा रहा, एडा भारा बट्टा तुसी मेरे पैर उत्ते सुट दिता ते मैनू आखदे हो मैं मानदा ही नहीं तेनू दर्द हो रही है। मैनू बहुत ज्यादा दर्द हो रही है। कहने लगे विखा फिर दर्द किवें दी आ, किन्ने वजन दी है, किन्ने किलो दी है, किवें रंग दी है, विखा दर्द तेरी केड़े कलर दी है, काली है, गोरी है, चिट्टी है, किहो जी दर्द है तेरी, विखा फिर। वो कहने लगा तुसी सियाणे हो के गल कर रहे हो, दर्द दा कोई रंग हुंदा है, दर्द दा कोई रूप हुंदा है,
दर्द नूं विखाया जा सकता है, दर्द ते महसूस की जा सकती है। कहने लगे बस रब नूं भी विखाया नहीं जा सकता। पौप मद जो बास बसत है, मुकर माहे जैसे छाई, तैसे ही हर बसे निरंतर, घट ही खोजो पाई। पातशाह कहते ने जिवें फुल दे विच बासना बसती है, सुगंधी बसती है, किवें विखाओगे, महसूस करते हो। हाँ वाह, कमाल दी सुगंधी है, कमाल दी खुशबू है। याद रखना, जिस दिन तुहानू अपने तो नीवें व्यक्ति विच भी खुशबू नजर आ गई, तुसी आखोगे वाह कमाल दा व्यक्ति है, फिर ये नीवा नहीं है। जिन्हों मैं अज तक नीवा समझदा रहा, वो नीवा नहीं है, उस विच रब दी जोत है, उसदे विच अकाल पुरख वाहिगुरु दी जोत है, उसदे विच परमात्मा दी जोत है। याद रखना, मैं ते कई बार आखदा हुन्ना, तुसी बीमार हुंदे हो, तुहाडा सर्वेंट तुहानू पानी दिंदा है, प्रशादा दिंदा है, तुहानू फल दिंदा है, दवाइयां दिंदा है, तुहानू बैड ते सारा कुछ करदा है। जिस दिन तुहाडा सर्वेंट बीमार होवे ते तुसी ओनू चुक के हस्पताल खड़ो, अपने हत्थां दे नाल एक प्रशादा बना के उन्हें खवा दो, दवाई खाण तो पहला पुत प्रशादा छक, उस दिन समझ लेना तुसी रब नूं उहदे विच वेखिआ है। भाई कन्हैया दी साखी असीं सुणदे हां, पर है की हो, है तां ही है। सबे घट राम बोले, है तां यही है, घट घट अंतर व्यापै सोई। पातशाह मैनू तां सारियां विच तेरा ही रूप दिसदा है, जो दिसै सो तेरा रूप, सारियां विच तू ही नजर आउना है, सो अंतर सो बाहर अनंत, घट घट व्याप रहा भगवंत। रोजाना पढ़ते हो, मनते नहीं। गल पता कदों होनी है, जे को मन जाने मन कोए। गल उत्थे होनी है भी मन करके मन लईए। उपरों उपरों तो सारे कही जा रहे हैं। एक बंदा मैनू टक्कर गया जी, वो कहता जी, मैं क्या तुसी अमरीका गए हो? कहने लगे ज्ञानी जी 5 साल आप अमरीका रहे हैं, क्योंकि सज्जन उत्थों आउंदे रहिंदे ने, रिश्तेदार उत्थों बारे पता है, उन्हें सारा कुछ दस दिता, उत्ते फलाना गुरुद्वारा है, इंज है जी उंज है। इंग्लैंड गए हो, कहते 3 साल, उत्थों दे बारे सारा कुछ दस रहा है। कनेडा गए हो, कहने लगे बिल्कुल गए हैं कनेडा, उत्थे ये शहर ने, ये गुरुद्वारे ने, ये मंदिर ने, इस तरह का कल्चर है, बड़ा कुछ दसन लग पिया। न्यूजीलैंड गए हो, कहने लगे बिल्कुल उत्थे 10 साल आए ने, जिथों की गल करो उत्थे किते 5 साल, किते 10 साल, किते 15 साल, गल्लां दसी जाए, फलाना रागी मिलिया, उत्थों का रागी मिलिया। हौली जी पुछया फिर ते तुहानू जियोग्राफी की बड़ी जानकारी होएगी। कहने लगा उत्थे मैं 5 साल लाए ने। कहता उत्ते मैं 5 साल लाए ने। हुण तुसीं की आखोगे? केवल सुन के नहीं गल करनी, गल ते अनुभव दी है, गल ते मनण दी है। ते जिंदगी दा आनंद उस दिन आएगा जिस दिन बाबे नानक वांग असी कह उठांगे, मेरे मालिक तू सबनी थाई जिथे हो जाई, साचा सिरजण हार जियो, जिथे मैं जाऊना उथे तू नजर आउना। जत कत पेखों एक हुई, जे मैं अपनी कुर्सी ते बैठा है, अपने दफ्तर च बैठा है, अकाल पुरख ने मैनू सिंघासन दिता है, फिर मैं वितकरा नहीं किसी नाल करदा, फिर मैनू रब नजर आउंदा है, फिर मैं पक्षपात नहीं किसी नाल करदा, मैनू रब नजर आउंदा है। सतगुरु पातशाह कहते फिर जीवन का आनंद ही वखरा है। फिर तुसी असल मायने विच समझ गए हो कि रब्बा ये सब खेड तेरी है। अकाल पुरख वाहिगुरु तू आपे पेंड विस्तारी साख, अपनी खेती आपे राख। मैं कौन होने? तू आप ही पेड़ है, आप ही संसार रूपी दरख्त है, आप ही तेरिया शाखावां ने। एते औरत मर्दां साजे ए सब रूप तुम्हारे। ए जिन्नियां भी औरतें इस्त्रियां बच्चे जीव ये सब तेरे ही रूप ने। मैं किहदे नाल वितकरा कर रहा? जे कोई मेरी वधीकी नाल अज मेरे ऑफिस तो वापस गया है तो इसदा मतलब मैं किसी बंदे नूं नहीं भेजिया, रब नूं नाराज करके भेजिया है। सब तेरियां शाखावां ने, तू
तू अपनी खेती आप रखण वाला है, आप ही तू पहचानदा है। ते मेरे मालिक कहंदे ने आपे सूर किरण विस्तार, सोई गुप्त सोई आकार। वो आप ही सूरज है ते आप ही ओदियां एक किरणां दा खलारा, ये चानण सब उसदा ही है, तिसदा चानण सब में चानण होए वाली गल है। सोई गुप्त सोई आकार, ओही गुप्त रूप विच है ते ओही आकार रूप विच। ये जो आकार, ये जो पसारा, ये जो सृष्टि, ये जो ब्रह्मांड खंड ब्रह्मांड दीप असी वेख रहे हैं, ये सब उसका ही आकार है, जिसनों पढ़ते हैं असी हुक्मी होवन आकार, हुक्म ना कहा जाई। मेरे मालिक कहंदे ने सरगुण निर्गुण थापै नाओ, दो मिल एक है कीनो ठाओ। उस परमात्मा वाहिगुरु जी दे दो ही नाम ने, एक सरगुण एक निर्गुण। ये सरगुण ते निर्गुण, सरगुण जो दिखाई दे रहा है, निर्गुण जो विखाई नहीं दे रहा, जिन्हों सतगुरु कहते ने सरगुण निर्गुण निरंकार सुन समाधि आप। वो अपने आप ही मालक वाहिगुरु है, कोई दूसरा होर कोई नहीं है। जिन्हों गुरु साहब कहते ने भी जदों सरगुण रूप विच वेखदे हां तां सानू नजर आउंदा है कि बलिहारी कुदरत वसिया, तेरा अंत ना जाई लखिया। पर जदों असीं निर्गुण स्वरूप विच वेखदे हां, फिर बैठा वेखै वख अकेला, फिर वो अलग नजर आउंदा है। सतगुरु पातशाह कहंदे ने कहो नानक गुर भरम भो खोया, आनंद रूप सब नैन अलोया। मेरे मालिक कहंदे ने हे नानक इस गल नूं आख, इस गल नूं कह, गुर भरम भो खोया, गुर दे रारे नूं सिहारी। व्याकरणक अर्थां विच करोगे करता ने गुरु ने जिस दिन ये भरम खो दिता ना, हजे असी भरम विच जी रहे सी, नहीं रब केवल मेरा ही है, मेरे विच ही है, इनू रब बारे कुछ पता ही नहीं है, इहदे विच रब है ही नहीं। जिस दिन भरम खोया गया भी सारियां विच रब है, सर्व व्यापक रब है, वो जल थल मईअल पूरिया, स्वामी सिरजनहार अनेक भात होए पसरिया, नानक एक अंकार। जिस दिन सानू समझ आ गई एक है फिर अनेक हैं, उस दिन भरम खोया गया। और गुरु जेड़ा चानन बख्शिश करता है, समझ बख्शिश करता है। जदों भरम खोया जाता है, भरम दूर हो जाता है, उस दिन फिर असी जेड़ा है अपनिਆਂ ਨੂੰ सीने नाल ला के कहने आ इस दे विच ते मेरे विच कोई फर्क नहीं है, ये भी मेरा है, ये भी मेरा है। ये सतगुरु पातशाह कहते ने क्यों? क्योंकि साडा सारियां दा एक पिता एक इसके हम बारिक हाँ, आनंद रूप सब नैन अलोया। फिर आनंद विच रहने आ ते सारियां नूं इन्हां अखां नाल निहारदे आ भी ओ रब सारियां विच है, वो परमात्मा सर्व व्यापक है। जिधर भी मैं वेखदा उधर हर पासे रब है। फिर तुहाडे अंदरों ये विचारधारा उपजेगी, सुन सुना के नहीं, फिर हिरदे विचों विचारधारा उठेगी। तुहाडे कान, तुहाडियां अखां, तुहाडा मूँह, तुहाडा किरदार, तुहाडा व्यवहार सब कुछ बोल उठेगा अव्वल अल्लाह नूर पाया कुदरत के सब बंदे, एक नूर ते सब जग उपजया कौन भले को मंदे। गुरु कृपा करे अज ते ये शब्द दी विचार साडे हिरदे विच बस जाए, असी परमात्मा नूं सर्व व्यापक देखदे उहदे विच विश्वास करिए। अकाल पुरख वाहिगुरु कृपा करन, किसे नाल कोई वितकरा ना होवे। इत्थे सभे सांझी वाल सदाहन दा होका गुरु नानक दे दर तों दिता जांदा है, वो होका दिंदे रहिए। भुल्लां मेरियां ने विचार सतगुरु दी जान के अपने हिरदे विच वसायो, भुल्लां नूं खिमा करके फतेह प्रवान करियो जी। वाहिगुरु जी का खालसा, वाहिगुरु जी की फतेह। राम कली महला तीजा आनंद एक ओंकार सतगुर प्रसाद। आनंद पया मेरी माए सतगुरु मैं पाया। राग रतन परवार परियां शब्द गावण आईया। कहे नानक आनंद होआ सतगुरु